ਸਰਕਾਰਾਂ ਤੇ ਉਸ ਤਰੀਕੇ ਦਾ ਅਸਰ ਹਾਲੇ ਤੱਕ ਕੋਈ ਨਹੀਂ ਹੋਇਆ ਕਿ ਇੰਨੇ ਦਿਨ ਹੋ ਗਏ ਅੰਦੋਲਨ ਚੱਲਦੇ ਨੂੰ। ਹਾਲੇ ਤੱਕ ਕੋਈ ਵੀ ਸਰਕਾਰੀ ਨੁਮਾਇੰਦਾ ਉਸ ਤਰੀਕੇ ਨਾਲ ਆਪਣੀ ਹਾਮੀ ਨਹੀਂ ਦੇਣ ਆਇਆ ਜਾਂ ਉਸ ਤਰੀਕੇ ਨਾਲ ਇੱਥੇ ਸ਼ਾਮਿਲ ਹੋਇਆ ਜਾਂ ਸਰਕਾਰ ਤੇ ਕੋਈ ਉਸ ਤਰੀਕੇ ਦਾ ਅਸਰ ਨਜ਼ਰ ਨਹੀਂ ਆ ਰਿਹਾ। ਮੋਰਚੇ ਜ਼ਰੂਰ ਲੱਗੇ ਹੋਏ ਸੀ ਪੰਜਾਬ 'ਚ, ਪਰ ਉਹਨਾਂ ਦਾ ਕੋਈ ਦਬਾਅ ਨਹੀਂ ਪੈ ਰਿਹਾ ਸੀ ਸਰਕਾਰ ਤੇ। ਸਰਕਾਰ ਉਹਨਾਂ ਨੂੰ ਅਣਦੇਖਾ ਕਰ ਰਹੀ ਸੀ। ਭੁੱਲਰ ਸਾਹਿਬ ਨੂੰ 32-33 ਸਾਲ ਹੋ ਗਏ ਨੇ। ਅਸੀਂ ਪਿਛਲੇ ਸਾਲ ਕਸਟਡੀ ਦੇ ਉਹਨਾਂ ਦਾ ਸਰਟੀਫਿਕੇਟ ਲਏ ਸੀਗੇ, ਉਹਦੇ 'ਚ 32 ਸਾਲ ਆਏ ਨੇ। ਉਹ ਸਾਲ ਇੱਕ ਹੋਰ ਵੱਧ ਗਿਆ, 33 ਸਾਲ ਹੋ ਗਏ ਨੇ ਅੱਜ। ਪਰ ਅੱਜ ਤੱਕ ਉਹਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਔਰ ਇੱਕ ਸਾਈਨ ਪਿੱਛੇ ਉਹਨਾਂ ਦਾ ਇਹ ਐਡਾ ਤਗੜਾ ਮਸਲਾ ਅੜਿਆ ਪਿਆ। ਇਹ ਕਿੰਨੇ ਸਾਲ ਉਹਨਾਂ ਦੀ ਸਜ਼ਾ ਮੁਕਰਰ ਕੀਤੀ ਗਈ ਸੀ, ਕਿੰਨੀ ਉਹ ਓਵਰ ਸਜ਼ਾ ਭੁਗਤ ਚੁੱਕੇ ਨੇ ਇਸ ਵੇਲੇ? ਜਥੇਦਾਰ ਸਾਹਿਬ ਦੇ ਜਦੋਂ ਆਰਡਰ ਹੋਏ ਸੀਗੇ ਹਾਈ ਕੋਰਟ 'ਚੋਂ, ਤਾਂ ਉਹਨਾਂ ਨੂੰ ਇੱਕ ਲਾਈਨ ਲਿਖੀ ਗਈ ਸੀ, ਟਿਲ ਡੈਥ ਵਰਡ ਲਿਖਦੇ ਸੀ ਉਹਨਾਂ ਨੇ ਆਰਡਰ 'ਚ। ਸੋ ਉਹਦੇ 'ਚ ਇਹ ਆਪਾਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਰਾਜੀਵ ਗਾਂਧੀ ਵਾਲੇ ਕੇਸ 'ਚ ਵੀ ਇਹ ਲਿਖੇ ਹੋਏ ਸੀਗੇ, ਪਰ ਉਹ ਵੀ ਤਾਂ ਬਾਹਰ ਆਏ ਨਹੀਂ। ਜੇ ਸਰਕਾਰਾਂ, ਉਹਨਾਂ ਦੀਆਂ ਸਰਕਾਰਾਂ ਨੇ, ਤਮਿਲਨਾਡੂ ਸਰਕਾਰ ਨੇ ਚਾਹਿਆ ਤੇ ਉਹਨਾਂ ਨੂੰ ਬਾਹਰ ਲੈ ਆਏ ਆ। ਹੁਣ ਜੇ ਪੰਜਾਬ ਦੀ ਸਰਕਾਰ ਚਾਹਵੇ ਤਾਂ ਆਪਣੇ ਵੱਲੋਂ ਅਸੈਂਬਲੀ ਦੇ ਵਿੱਚ ਮਤਾ ਪਾ ਕੇ ਤਾਂ ਇਹਨਾਂ ਬੰਦੀ ਸਿੰਘਾਂ ਦੀ ਰਿਹਾਈ ਕਰਵਾ ਸਕਦੀ। ਇਹ ਕਰਵਾ ਸਕਦੇ ਜੀ, ਇਹਨਾਂ ਦੇ ਹੱਕ 'ਚ ਸਾਰਾ ਕੁਝ ਹੈਗਾ। ਜੇ ਇਹ ਮਤਾ ਪਾਸ ਕਰ ਦੇਣ, ਇਹ ਸੁਪਰੀਮ ਕੋਰਟ 'ਚ ਜਾਣਗੇ, ਉੱਪਰੋਂ ਆਰਡਰ ਹੋ ਸਕਦੇ ਆ, ਇਹ ਅਗਲੇ ਦਿਨ ਬਾਹਰ ਆ ਸਕਦੇ ਆ। ਅਕਾਲੀ ਦਲ ਸਰਕਾਰ ਸੀਗੀ, ਉਹਨਾਂ ਕੋਲੇ ਇੰਨੀ ਪਾਵਰ ਸੀ, ਉਹ ਤਾਂ ਬਾਹਰ ਤੋਂ ਫੜ ਕੇ ਬਾਹਰ ਲਿਆ ਸਕਦੇ ਸੀਗੇ। ਇੰਨੀ ਪਾਵਰ ਗਵਰਨਮੈਂਟ ਕੋਲੇ ਹੈਗੀ ਆ, ਪਰ ਇਹ ਹੈ ਕਿ ਇਹ ਯੂਜ਼ ਨਹੀਂ ਕਰਦੇ। ਆਪਦੇ ਘਰ ਜਿਵੇਂ ਕਹਿੰਦੇ ਨਾ ਕਿ ਸੱਤਾ 'ਚ ਜਦੋਂ ਆਪ ਆ ਜਾਂਦੇ ਆ ਉਦੋਂ ਤਾਂ ਭੁੱਲ ਜਾਂਦੇ ਨੇ, ਸੱਤਾ ਚਲੇ ਜਾਂਦੀ ਆ ਤੇ ਇਹਨਾਂ ਨੂੰ ਬੰਦੀ ਸਿੰਘ ਯਾਦ ਆ ਜਾਂਦੇ ਨੇ। ਆਪਾਂ ਭਗਵੰਤ ਮਾਨ ਦੀ ਗੱਲ ਕਰ ਲਈਏ ਜੀ, ਠੀਕ ਹੈ ਜੀ। ਇਹ ਇਸ ਤੋਂ ਪਹਿਲਾਂ ਸਰਕਾਰ ਆਉਣ ਤੋਂ ਪਹਿਲਾਂ ਇਹਨਾਂ ਦੇ ਬਿਆਨ ਸੀਗਾ, ਅਸੀਂ ਬੰਦੀ ਸਿੰਘਾਂ ਨੂੰ 1.5 ਮਹੀਨੇ 'ਚ ਬਾਹਰ ਲਿਆਵਾਂਗੇ। ਅੱਜ ਤੱਕ ਇਹਨਾਂ ਨੇ ਦੂਰੀ ਹਰੀ, ਅੱਜ ਇੱਥੇ 7 ਤਰੀਕ ਦਾ ਮੋਰਚਾ ਲੱਗਿਆ, ਭਗਵੰਤ ਮਾਨ ਨੂੰ ਅੱਜ ਦਿਖਣੋਂ ਅੜ ਗਿਆ। ਬੰਦੀ ਸਿੰਘਾਂ ਦੀ ਗੱਲ ਕਰਦੇ ਆ, ਉਧਰਲੇ ਪਾਸੇ ਕੀ ਨੁਕਤਾ ਇਦਾਂ ਦਾ ਕਹਿ ਦਿੱਤਾ ਜਾਂਦਾ ਕਿ ਉਧਰ ਪੈਰੋਲ ਨਹੀਂ ਮਿਲਦਾ? ਇਹ ਕਹਿ ਰਿਹਾ ਕਿ ਜਿੱਦਣ ਸਿੱਖ ਇਕੱਠੇ ਹੋ ਗਏ, ਐਜ਼ ਅ ਐਗਜ਼ਾਮਪਲ ਸੈੱਟ ਹੋ ਜਾਊਗਾ ਕਿ ਸਿੱਖ ਅੱਜ ਵੀ ਇਕੱਠੇ ਨੇ। ਸਿੱਖ ਇਕੱਠੇ ਨੇ, ਸਾਨੂੰ ਅਸੀਂ ਰਾਤੋਂ ਰਾਤ ਇਹ ਕਹਿ ਸਕਦੇ ਹਾਂ ਕਿ ਰਾਤੋਂ ਰਾਤ ਸਰਕਾਰਾਂ ਝੁਕ ਜਾਣਗੀਆਂ ਔਰ ਬੰਦੀ ਸਿੰਘ ਰਾਤੋਂ ਰਾਤ ਬਾਹਰ ਆ ਸਕਦੇ ਨੇ। ਉੱਥੇ ਇਹ ਕਹਿ ਦਿੱਤਾ ਜਾਂਦਾ ਕਿ ਇਹਨਾਂ ਲੋਕਾਂ ਤੋਂ ਦੇਸ਼ ਨੂੰ ਖਤਰਾ ਹੈਗਾ, ਇਸ ਕਰਕੇ ਨਹੀਂ ਛੱਡਿਆ ਜਾ ਰਿਹਾ। ਭਾਈ ਸਾਹਿਬ ਚੰਗੇ ਘਰੋਂ ਨੇ, ਚੰਗਾ ਸਾਰਾ ਕੁਝ ਉਹਨਾਂ ਦੇ ਘਰਾਂ 'ਚ ਹੈਗਾ ਸੀਗਾ। ਉਹਨਾਂ ਨੂੰ ਕੀ ਲੋੜ ਸੀ ਐਡਾ ਤਗੜਾ ਸਟੈਪ ਲੈਣ ਦੀ? ਉਹਨਾਂ ਦੀ ਕੋਈ ਨਿੱਜੀ ਲੜਾਈ ਤਾਂ ਹੈ ਨਹੀਂ ਸੀ ਨਾ ਕਿ ਆਪਾਂ ਕਹਿ ਦਈਏ ਕਿ ਆਪਦੇ ਘਰ ਲਈ ਉਹਨਾਂ ਨੇ ਕਿਸੇ ਨੂੰ ਮਾਰਤਾ। ਉਹਨਾਂ ਨੇ ਕੌਮ ਲਈ ਕੀਤਾ ਹੈ, ਤਾਂ ਕਿ ਉਹ ਦੁਖੀ ਸੀਗੇ। ਦੁਖੀ ਐਸ ਕਰਕੇ ਸੀਗੇ, ਉਹਨਾਂ ਨੇ ਇੱਥੋਂ ਦੀ ਮਤਲਬ ਜਨਰੇਸ਼ਨ ਹੀ ਖਤਮ ਕਰਤੀ ਸੀਗੀ। ਛੋਟੇ ਛੋਟੇ ਬੱਚੇ ਤੱਕ ਨਹੀਂ ਛੱਡੇ। ਸਤਿ ਸ਼੍ਰੀ ਅਕਾਲ ਦੋਸਤੋ, ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਇਸ ਵਕਤ ਅਸੀਂ ਕੌਮੀ ਇਨਸਾਫ ਮੋਰਚੇ ਦੇ ਵਿੱਚ ਮੌਜੂਦ ਹਾਂ। ਇੱਕ ਵਾਰ ਤਸਵੀਰਾਂ ਤੁਹਾਨੂੰ ਦਿਖਾ ਦਈਏ। ਮੋਰਚਾ ਲਗਾਤਾਰ ਵੱਧਦਾ ਜਾ ਰਿਹਾ। ਮੰਗਾਂ ਸਿੱਧੇ ਤੌਰ ਤੇ ਹੀ ਨੇ ਕਿ ਸਾਡੀਆਂ ਜਾਇਜ਼ ਮੰਗਾਂ ਨੇ। ਮੰਗਾਂ ਦੇ ਵਿੱਚ ਸਭ ਤੋਂ ਪਹਿਲੀ ਮੰਗ ਇਹੀ ਹੈ ਕਿ ਜਿਹੜੇ ਬੰਦੀ ਸਿੰਘ ਆਪਣੀ ਸਜ਼ਾ ਪੂਰੀ ਕਰ ਚੁੱਕੇ ਨੇ, ਉਹਨਾਂ ਦੀ ਰਿਹਾਈ ਯਕੀਨੀ ਬਣਾਈ ਜਾਵੇ ਤੇ ਜਿਹੜੇ ਸਿੱਖਾਂ ਦੇ ਮਸਲੇ ਪਿਛਲੇ ਕਈ ਸਮੇਂ ਤੋਂ ਲਟਕ ਰਹੇ ਨੇ, ਉਹਨਾਂ ਦਾ ਇਨਸਾਫ ਦਿੱਤਾ ਜਾਵੇ। ਜਿਨ੍ਹਾਂ ਦੇ ਵਿੱਚ ਬੇਅਦਬੀ ਦਾ ਮਾਮਲਾ ਆਉਂਦਾ, ਜਿਨ੍ਹਾਂ ਦੇ ਵਿੱਚ ਜਿਹੜੇ ਸਰੂਪ ਗਾਇਬ ਹੋ ਗਏ ਸੀ, ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ ਹੈਗਾ, ਉਹਨਾਂ ਦਾ ਰਿਕਾਰਡ ਮੰਗਿਆ ਜਾ ਰਿਹਾ। ਤੇ ਬਹੁਤ ਸਾਰੀਆਂ ਚੀਜ਼ਾਂ ਨੇ। ਸਾਡੇ ਨਾਲ ਐਡਵੋਕੇਟ ਗੁਰਸ਼ਰਨ ਨੇ, ਪਹਿਲੇ ਦਿਨ ਤੋਂ ਇਸ ਅੰਦੋਲਨ ਦੇ ਨਾਲ ਚੱਲੇ ਨੇ। ਨਾਲ ਦੀ ਨਾਲ ਸਭ ਤੋਂ ਵੱਡੀ ਗੱਲ ਇਹ ਕਿ ਅੱਜ ਦੀ ਗੱਲ ਨਹੀਂ, ਇਹ ਲੜਾਈ ਅੱਜ ਦੀ ਨਹੀਂ ਚੱਲ ਰਹੀ, ਇਸ ਤੋਂ ਪਹਿਲਾਂ ਦੀ ਚੱਲ ਰਹੀ ਹੈ। ਕਿਉਂਕਿ ਪਹਿਲਾਂ ਵੀ ਆਪਣੇ ਤੌਰ ਤੇ ਕੋਸ਼ਿਸ਼ ਕਰ ਰਹੇ ਨੇ ਕਿ ਜਿੱਥੇ ਜਿੱਥੇ ਮਨੁੱਖੀ ਅਧਿਕਾਰਾਂ ਦਾ ਹਨਨ ਹੋ ਰਿਹਾ ਹੈਗਾ, ਉੱਥੇ ਜਾ ਕੇ ਆਵਾਜ਼ ਬੁਲੰਦ ਕਰਦੇ ਨੇ। ਤੇ ਖਾਸ ਕਰਕੇ ਪਹਿਲਾਂ ਵੀ ਬੜੀਆਂ ਅਪੀਲਾਂ ਦਲੀਲਾਂ ਕਰ ਚੁੱਕੇ ਨੇ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ। ਗੁਰਸ਼ਰਨ, ਅੱਜ ਜਿਸ ਮੁਕਾਮ ਤੇ ਅਸੀਂ ਖੜੇ ਹਾਂ, ਲੱਗਦਾ ਕਿ ਹਾਲੇ ਵੀ ਐਫਰਟ ਜਾਂ ਸਾਡੇ ਵੱਲੋਂ ਜ਼ੋਰ ਹੋਰ ਲਾਉਣਾ ਪਵੇਗਾ, ਕਿਉਂਕਿ ਸਰਕਾਰਾਂ ਤੇ ਉਸ ਤਰੀਕੇ ਦਾ ਅਸਰ ਹਾਲੇ ਤੱਕ ਕੋਈ ਨਹੀਂ ਹੋਇਆ ਕਿ ਇੰਨੇ ਦਿਨ ਹੋ ਗਏ ਅੰਦੋਲਨ ਚੱਲਦੇ ਨੂੰ। ਹਾਲੇ ਤੱਕ ਕੋਈ ਵੀ ਸਰਕਾਰੀ ਨੁਮਾਇੰਦਾ ਉਸ ਤਰੀਕੇ ਨਾਲ ਆਪਣੀ ਹਾਮੀ ਨਹੀਂ ਦੇਣ ਆਇਆ ਜਾਂ ਉਸ ਤਰੀਕੇ ਨਾਲ ਇੱਥੇ ਸ਼ਾਮਿਲ ਹੋਇਆ, ਜਾਂ ਸਰਕਾਰ ਤੇ ਕੋਈ ਉਸ ਤਰੀਕੇ ਦਾ ਅਸਰ ਨਜ਼ਰ ਨਹੀਂ ਆ ਰਿਹਾ। ਭਾਈ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਥੋੜ੍ਹਾ ਜਿਹਾ ਪਿੱਛੇ ਲੈ ਕੇ ਜਾਊਂਗਾ ਜੀ। ਸਾਨੂੰ 6 ਮਹੀਨੇ ਪਹਿਲਾਂ ਜਥੇਦਾਰ ਸਾਹਿਬ ਦਾ ਇਹ ਹੁਕਮ ਹੋਇਆ ਸੀ ਕਿ ਆਪਾਂ ਸਾਰੇ ਜਥੇਬੰਦੀਆਂ ਨੂੰ ਇਕੱਠੇ ਕਰਕੇ ਇੱਕ ਝੰਡੇ ਥੱਲੇ ਲੈ ਕੇ ਆਈਏ, ਤਾਂ ਕਿ ਅਸੀਂ ਸਰਕਾਰਾਂ ਦੇ ਦਬਾਅ ਪਾ ਸਕੀਏ। ਜੋ ਅਲੱਗ-ਅਲੱਗ ਮੋਰਚੇ ਲੱਗੇ ਸੀ, ਤੁਸੀਂ ਦੇਖ ਰਹੇ ਸੀ, ਆਪਾਂ ਪੰਜਾਬ 'ਚ ਸਰਾਭਾ ਨਗਰ ਲੱਗਿਆ ਸੀ,
ਆਪਣੇ ਕੋਟਕਪੂਰੇ ਮੋਰਚਾ ਲੱਗਾ ਆ, ਅੰਮ੍ਰਿਤਸਰ ਸਾਹਿਬ ਲੱਗਾ ਹੋਇਆ ਸੀ ਮੋਰਚੇ ਜੀ। ਮੋਰਚੇ ਜ਼ਰੂਰ ਲੱਗੇ ਹੋਏ ਸੀ ਪੰਜਾਬ 'ਚ, ਪਰ ਉਹਨਾਂ ਦਾ ਕੋਈ ਦਬਾਅ ਨਹੀਂ ਪੈ ਰਿਹਾ ਸੀ ਸਰਕਾਰ ਤੇ। ਸਰਕਾਰ ਉਹਨਾਂ ਨੂੰ ਅਣਦੇਖਾ ਕਰ ਰਹੀ ਸੀਗੀ। ਜਿਵੇਂ ਜਿਵੇਂ ਮੋਰਚੇ ਲੋਕ ਉੱਥੇ ਜਾ ਰਹੇ ਸੀਗੇ, ਪਰ ਐਡਾ ਵੱਡਾ ਇੱਕ ਕੋਈ ਪਲੇਟਫਾਰਮ ਨਹੀਂ ਮਿਲ ਰਿਹਾ ਸੀਗਾ ਜਿੱਥੇ ਲੋਕਾਂ ਦੇ ਇਕੱਠੇ ਹੋ ਕੇ ਇੱਕ ਇਕੱਤਰਤਾ ਏਡੀ ਵੱਡੀ ਹੋਵੇ ਕਿ ਜੇ ਸਰਕਾਰ ਤੇ ਦਬਾਅ ਪਾ ਸਕੀ, ਆਪਾਂ ਆਪਦੀਆਂ ਡਿਮਾਂਡਾਂ ਜਿਹੜੀਆਂ ਸਾਡੀਆਂ ਮੁੱਖ ਮੰਗਾਂ ਨੇ ਉਹ ਪੂਰੀਆਂ ਕਰਾ ਸਕੇ। ਸੋ ਭਾਈ ਸਾਹਿਬ ਜਿਵੇਂ ਜਿਵੇਂ ਜਥੇਦਾਰ ਸਾਹਿਬ ਨੇ ਸਾਨੂੰ ਹੁਕਮ ਦਿੱਤੇ, ਮੈਂ, ਬਾਪੂ ਜੀ, ਦਿਲਸ਼ੇਰ, ਸਰਦਾਰ ਅਮਰ ਸਿੰਘ ਚਹਿਲ ਜੀ, ਇਹਨਾਂ ਦੀ ਗਾਈਡਲਾਈਨ ਦੇ ਥੱਲੇ ਜਿਵੇਂ ਜਿਵੇਂ ਅਸੀਂ ਸਾਰੇ ਜਾਣੇ ਤੁਰਦੇ ਗਏ, ਜਿੱਥੇ ਜਿੱਥੇ ਉਹਨਾਂ ਨੇ ਸਾਨੂੰ ਇੱਥੋਂ ਤੱਕ ਕਿ ਚਿੱਠੀਆਂ ਤੱਕ ਦਿੱਤੀਆਂ ਸਾਨੂੰ ਕਿ ਹਰੇਕ ਮੋਰਚੇ ਤੱਕ ਹਰੇਕ ਤੱਕ ਪਹੁੰਚਾਉਣ ਦੀ ਕਿਰਪਾਲਤਾ ਕੀਤੀ ਹੈ ਨਾ। ਅਸੀਂ ਇਹ ਪਿਛਲੇ 6 ਮਹੀਨਿਆਂ ਤੋਂ ਅਸੀਂ ਇਹ ਕਰ ਰਹੇ ਹਾਂ। ਕੱਲੇ ਮੋਰਚੇ ਤੇ ਜਾ ਕੇ ਉਹਨਾਂ ਨੂੰ ਬੇਨਤੀ ਕੀਤੀ ਹੈ, ਗੁਜ਼ਾਰਿਸ਼ ਕੀਤੀ ਹੈ ਕਿ ਆਪਾਂ ਇਹ ਜੇ ਮੋਰਚੇ ਇੱਕ ਜੇ ਦਬਾਅ ਪਾ ਸਕੇ, ਆਪਾਂ ਆਪਦੀ ਕੌਮ ਲਈ ਖੜੇ ਹੋ ਸਕੀਏ ਤੇ ਅਸੀਂ ਆਪਾਂ ਆਪਦੇ ਹੱਕ ਲੈ ਸਕਦੇ ਹਾਂ। ਕਿ ਦੇਖੋ ਇੱਕ ਤਾਂ ਇਹ ਛੋਟੀ ਗੱਲ ਨਹੀਂ ਹੈਗੀ, ਦੋ ਜਿਹੜਾ ਐਡਾ ਵੱਡਾ ਇਹ ਜਿਹੜਾ ਆਪਣੇ ਨਾਲ ਸਰਕਾਰ ਅਣਦੇਖਾ ਕਰ ਰਹੀ ਹੈ। ਇੱਕ ਤਮਿਲਨਾਡੂ ਦਾ ਰਾਜੀਵ ਗਾਂਧੀ ਮਰਡਰ ਕੇਸ ਸੀਗਾ, ਉਹ 'ਚ ਤਮਿਲਨਾਡੂ ਨੇ ਆਪਦੀ ਅਸੈਂਬਲੀ 'ਚ ਮਤਾ ਪਾਸ ਕਰਾ ਕੇ ਉਹਨਾਂ ਕੈਦੀਆਂ ਨੂੰ ਬਾਹਰ ਕਢਾ ਲਿਆ। ਠੀਕ ਹੈ ਜੀ। ਦੂਸਰਾ ਤੁਸੀਂ ਇਹ ਦੇਖ ਸਕਦੇ ਕਿ ਅਸੀਂ ਪੰਜਾਬ 'ਚ ਸਾਡੇ ਸਿੰਘਾਂ ਨੂੰ 32 ਸਾਲ ਹੋ ਗਏ, 27-28 ਸਾਲ ਹੋ ਗਏ ਨੇ, ਜਥੇਦਾਰ ਸਾਹਿਬ ਨੂੰ 28 ਸਾਲ ਹੋ ਗਏ ਨੇ, ਭੁੱਲਰ ਸਾਹਿਬ ਨੂੰ 32-33 ਸਾਲ ਹੋ ਗਏ ਨੇ। ਅਸੀਂ ਪਿਛਲੇ ਸਾਲ ਕਸਟਡੀ ਦੇ ਉਹਨਾਂ ਦਾ ਸਰਟੀਫਿਕੇਟ ਲਏ ਸੀਗੇ, ਉਹਦੇ 'ਚ 32 ਸਾਲ ਆਏ ਨੇ। ਉਹ ਸਾਲ ਇੱਕ ਹੋਰ ਵੱਧ ਗਿਆ, 33 ਸਾਲ ਹੋ ਗਏ ਨੇ ਅੱਜ, ਪਰ ਅੱਜ ਤੱਕ ਉਹਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ। ਔਰ ਇੱਕ ਸਾਈਨ ਪਿੱਛੇ ਉਹਨਾਂ ਦਾ ਇਹ ਐਡਾ ਤਗੜਾ ਮਸਲਾ ਅੜਿਆ ਪਿਆ, ਤਾਂ ਕਿ 2019 'ਚ ਪ੍ਰਧਾਨ ਮੰਤਰੀ ਨੇ ਉਹਨਾਂ ਦੀ ਲਿਸਟ ਵਿੱਚ ਰਿਹਾਈ ਕਰਨ ਦੇ ਆਰਡਰ ਦੇ ਚੁੱਕੇ ਸੀਗੇ, ਉਸ ਤੋਂ ਬਾਅਦ ਵੀ ਕੇਜਰੀਵਾਲ ਦੇ ਅਜੇ ਤੱਕ ਸਾਈਨ ਨਹੀਂ ਹੋਏ। ਸੋ ਇਹਦੇ ਲਈ ਜੋ ਅਸੀਂ ਇਹ ਜਿਹੜਾ ਮੋਰਚਾ ਹੈ ਜਿੰਨਾ ਤੋਂ ਵੱਧ ਵੱਡਾ ਹੋ ਸਕੇ, ਜਿੰਨਾ ਇਹ ਸੰਗਤ ਨੂੰ ਵੀ ਬੇਨਤੀ ਹੈ ਸਾਡੀ ਕਿ ਜਿੰਨੇ ਵੱਧ ਤੋਂ ਵੱਧ ਤੁਸੀਂ ਇੱਥੇ ਇਹ ਆਪਦੇ ਸਾਡੇ ਲਈ ਨਾ ਆਓ, ਅਸੀਂ ਨਹੀਂ ਕਹਿੰਦੇ ਕਿ ਸਾਡੇ ਲਈ ਆਓ, ਇਹ ਆਪਦੇ ਲਈ ਤੁਸੀਂ ਘਰੋਂ ਚੋਂ ਨਿਕਲੋ। ਇਹ ਗੁਰੂ ਗ੍ਰੰਥ ਸਾਹਿਬ ਸਾਡਾ ਇਕੱਲੇ ਦਾ ਨਹੀਂ ਗਾ, ਤੁਹਾਡਾ ਸਾਰਿਆਂ ਦਾ ਹੈ। ਆਪਾਂ ਜੋ ਇੱਥੇ ਬੈਠੇ ਆ, ਜਿਹਦੇ ਲਈ ਬੈਠੇ ਆ, ਉਹ ਗੁਰੂ ਮਹਾਰਾਜ ਦੀ ਜੋ ਜਿੰਨਾ ਕੁਛ ਇੱਥੇ ਚੱਲ ਰਿਹਾ ਇਹ ਵੀ ਕਿਰਪਾ ਮਹਾਰਾਜ ਦੀ ਹੈ। ਸੋ ਤੁਸੀਂ ਘਰਾਂ ਚੋਂ ਬਾਹਰ ਨਿਕਲ ਕੇ ਇੱਥੇ ਜਿੰਨਾ ਵੱਧ ਤੋਂ ਵੱਧ ਪਹੁੰਚੋ। ਗੁਰਸ਼ਮ ਜੀ, ਇੱਕ ਬੜੀ ਅਹਿਮ ਚੀਜ਼ ਹੈ, ਜਿਵੇਂ ਤੁਸੀਂ ਜ਼ਿਕਰ ਕੀਤਾ, ਉਮਰਾਂ ਲੰਘ ਗਈਆਂ ਉਹਨਾਂ ਦੀਆਂ, 32-33 ਸਾਲ ਥੋੜੇ ਨਹੀਂ ਹੁੰਦੇ ਜ਼ਿੰਦਗੀ ਦੇ। 32-33 ਸਾਲ ਇਸ ਤਰੀਕੇ ਨਾਲ ਜੇਲ੍ਹ 'ਚ ਕੱਟਣੇ ਪੈਣ। ਜੇ ਅਸੀਂ ਐਗਜ਼ੈਕਟ ਉਹਨਾਂ ਦੀ ਸਜ਼ਾ ਦੀ ਗੱਲ ਕਰੀਏ, ਕਿੰਨੇ ਸਾਲ ਦੀ ਸਜ਼ਾ ਹੋਈ ਸੀ ਤੇ ਕਿਸ ਤਰੀਕੇ ਨਾਲ, ਕਿਉਂਕਿ ਤੁਸੀਂ ਕਾਨੂੰਨੀ ਤੌਰ ਤੇ ਜਾਣਦੇ ਹੋ ਚੀਜ਼ਾਂ ਬੜੀਆਂ ਬਰੀਕੀ ਦੇ ਨਾਲ ਸਮਝਦੇ ਹੋ, ਕਿਉਂਕਿ ਬਾਰ-ਬਾਰ ਤੁਹਾਡੀ ਮੁਲਾਕਾਤਾਂ ਵੀ ਹੁੰਦੀਆਂ ਰਹੀਆਂ ਨੇ, ਇਹ ਕਿੰਨੇ ਸਾਲ ਉਹਨਾਂ ਦੀ ਸਜ਼ਾ ਮੁਕਰਰ ਕੀਤੀ ਗਈ ਸੀ, ਕਿੰਨੀ ਉਹ ਓਵਰ ਸਜ਼ਾ ਭੁਗਤ ਚੁੱਕੇ ਨੇ ਇਸ ਵੇਲੇ? ਭਾਈ ਸਾਹਿਬ ਇਹਦੇ 'ਚ ਉਮਰ ਕੈਦ ਹੋਈ ਸੀ ਇਹਨਾਂ ਨੂੰ। ਇਸ ਕੇਸ 'ਚ ਉਮਰ ਕੈਦ 14 ਸਾਲ 20 ਸਾਲ ਤੱਕ ਜਾ ਸਕਦੀ ਹੈ ਜੀ। ਠੀਕ ਹੈ ਜੀ। ਉਸ ਤੋਂ ਬਾਅਦ ਇਹਨਾਂ 'ਚ ਜਥੇਦਾਰ ਸਾਹਿਬ ਦੇ ਜਦੋਂ ਆਰਡਰ ਹੋਏ ਸੀਗੇ ਹਾਈ ਕੋਰਟ 'ਚੋਂ, ਤਾਂ ਉਹਨਾਂ ਨੂੰ ਇੱਕ ਲਾਈਨ ਲਿਖੀ ਗਈ ਸੀ, ਟਿਲ ਡੈਥ ਵਰਡ ਲਿਖਤੇ ਸੀ ਉਹਨਾਂ ਨੇ ਆਰਡਰ 'ਚ। ਸੋ ਉਹਦੇ 'ਚ ਇਹ ਆਪਾਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਰਾਜੀਵ ਗਾਂਧੀ ਵਾਲੇ ਕੇਸ 'ਚ ਵੀ ਇਹ ਲਿਖੇ ਹੋਏ ਸੀਗੇ, ਪਰ ਉਹ ਵੀ ਤਾਂ ਬਾਹਰ ਆਏ ਨੇ। ਜੇ ਸਰਕਾਰਾਂ, ਉਹਨਾਂ ਦੀਆਂ ਸਰਕਾਰਾਂ ਨੇ, ਤਮਿਲਨਾਡੂ ਸਰਕਾਰ ਨੇ ਚਾਹਿਆ ਤੇ ਉਹਨਾਂ ਨੂੰ ਬਾਹਰ ਲੈ ਆਏ ਹੈ। ਉਹ ਗਵਰਨਮੈਂਟ ਦੇ ਹੱਥ ਬਹੁਤ ਵੱਡਾ ਹਥਿਆਰ ਹੁੰਦੇ ਨੇ, ਉਹਨਾਂ ਕੋਲੇ ਪਾਵਰਸ ਹੈਗੀਆਂ ਨੇ, ਉਹ ਯੂਜ਼ ਕਰਕੇ ਜਦੋਂ ਤੁਸੀਂ ਚਾਹੇ ਗੁੱਡ ਕੰਟੈਕਟ ਦੇ ਉਹ ਮਹੀਨੇ ਬਾਅਦ ਬਾਹਰ ਲੈ ਕੇ ਆ ਸਕਦੇ ਨੇ। ਇਹ ਡਿਪੈਂਡਸ ਔਨ ਗਵਰਨਮੈਂਟਸ ਨੇ ਕਿ ਉਹ ਕਿੱਦਾਂ ਸਟੈਪ ਲੈ ਰਹੀਆਂ ਨੇ, ਸੋ ਕੀ ਚਾਹੁੰਦੀਆਂ ਨੇ ਆਪਦੀ ਸਟੇਟਸ ਲਈ। ਮੈਂ ਟੈਕਨੀਕਲ ਤੌਰ ਤੇ ਤਾਂ ਸਮਝਣਾ ਚਾਹੁੰਦਾ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਕਿ ਕੀ ਚੀਜ਼ਾਂ ਪਿੱਛੇ ਭੇਦ ਕੀ ਨੇ। ਹੁਣ ਜੇ ਪੰਜਾਬ ਦੀ ਸਰਕਾਰ ਚਾਹਵੇ ਤਾਂ ਆਪਣੇ ਵੱਲੋਂ ਅਸੈਂਬਲੀ ਦੇ ਵਿੱਚ ਮਤਾ ਪਾ ਕੇ ਤਾਂ ਇਹਨਾਂ ਬੰਦੀ ਸਿੰਘਾਂ ਦੀ ਰਿਹਾਈ ਕਰਵਾ ਸਕਦੀ ਹੈ। ਜਾਣੀ ਕਿ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਤੇ ਇਹ ਕਰਵਾਈ ਨਹੀਂ ਜਾ ਰਹੀ? ਇਹ ਕਰਵਾ ਸਕਦੇ ਜੀ, ਇਹਨਾਂ ਦੇ ਹੱਕ 'ਚ ਸਾਰਾ ਕੁਝ ਹੈਗਾ। ਜੇ ਇਹ ਮਤਾ ਪਾਸ ਕਰ ਦੇਣ, ਇਹ ਸੁਪਰੀਮ ਕੋਰਟ 'ਚ ਜਾਣਗੇ, ਉੱਪਰੋਂ ਆਰਡਰ ਹੋ ਸਕਦੇ ਆ, ਇਹ ਅਗਲੇ ਦਿਨ ਬਾਹਰ ਆ ਸਕਦੇ ਆ। ਸਰਕਾਰ ਦੇ 1998 'ਚ ਜਦੋਂ ਅਕਾਲੀ ਦਲ ਸਰਕਾਰ ਸੀਗੀ, ਉਹਨਾਂ ਕੋਲੇ ਇੰਨੀ ਪਾਵਰ ਸੀ, ਉਹ ਤਾਂ ਬਾਹਰ ਤੋਂ ਫੜ ਕੇ ਬਾਹਰ ਲਿਆ ਸਕਦੇ ਸੀਗੇ। ਇੰਨੀ ਪਾਵਰ ਗਵਰਨਮੈਂਟ ਕੋਲੇ ਹੈਗੀ ਆ, ਪਰ ਇਹ ਹੈ ਕਿ ਇਹ ਯੂਜ਼ ਨਹੀਂ ਕਰਦੇ। ਆਪਦੇ ਘਰ ਜਿਵੇਂ ਕਹਿੰਦੇ ਨਾ ਕਿ ਸੱਤਾ 'ਚ ਜਦੋਂ ਆਪ ਆ ਜਾਂਦੇ ਆ ਉਦੋਂ ਤਾਂ ਭੁੱਲ ਜਾਂਦੇ ਨੇ, ਸੱਤਾ ਚਲੇ ਜਾਂਦੀ ਆ ਤੇ ਇਹਨਾਂ ਨੂੰ ਬੰਦੀ ਸਿੰਘ ਯਾਦ ਆ ਜਾਂਦੇ ਨੇ। ਤੁਸੀਂ ਅੱਜ ਦੂਜੀਆਂ ਸਰਕਾਰਾਂ ਦੇਖ ਲਓ, ਬਾਦਲ ਸਰਕਾਰ ਸੀਗੀ, ਅਕਾਲੀ ਦਲ ਹੈ, ਕਾਂਗਰਸ ਹੈ, ਅੱਜ ਉਹਨਾਂ ਦੇ ਵਿੱਚ ਲੀਡਰ ਨੇ ਉਹ ਬੋਲ ਰਹੇ ਨੇ ਇਹਨਾਂ ਬੰਦੀ ਸਿੰਘਾਂ ਨੂੰ ਬਾਹਰ ਆਉਣਾ ਚਾਹੀਦਾ, ਪਰ ਜਦੋਂ ਤੁਸੀਂ ਸੱਤਾ 'ਚ ਹੁੰਦੇ ਉਦੋਂ ਕਿਉਂ ਨਹੀਂ ਗੱਲ ਆਪਾਂ ਭਗਵੰਤ ਮਾਨ ਦੀ ਗੱਲ ਕਰ ਲਈਏ ਜੀ। ਠੀਕ ਹੈ ਜੀ। ਇਹ ਇਸ ਤੋਂ ਪਹਿਲਾਂ ਸਰਕਾਰ ਆਉਣ ਤੋਂ ਪਹਿਲਾਂ ਇਹਨਾਂ ਦੇ ਬਿਆਨ ਸੀ ਕਿ ਅਸੀਂ ਬੰਦੀ ਸਿੰਘਾਂ ਨੂੰ 1.5 ਮਹੀਨੇ 'ਚ ਬਾਹਰ ਲਿਆਵਾਂਗੇ। ਅੱਜ ਤੱਕ ਇਹਨਾਂ ਨੇ ਦੂਰੀ ਹਰੀ, ਅੱਜ ਇੱਥੇ 7 ਤਰੀਕ ਦਾ ਮੋਰਚਾ ਲੱਗਿਆ, ਭਗਵੰਤ ਮਾਨ ਨੂੰ ਅੱਜ ਦਿਖਣੋਂ ਅੜ ਗਿਆ। ਇਹਨਾਂ ਨੂੰ ਨਹੀਂ ਦਿਸਦਾ ਪਿਆ ਕਿ ਸਰਕਾਰਾਂ, ਲੋਕ ਇੱਥੇ ਆਣ ਕੇ, ਬਜ਼ੁਰਗ ਆਣ ਕੇ ਸੜਕਾਂ 'ਤੇ ਬੈਠੇ ਹੋਏ ਨੇ ਕਿ ਤੁਹਾਡੀਆਂ ਸਿਰਫ ਇਹ ਚੰਡੀਗੜ੍ਹ ਇੱਥੋਂ ਕਿੰਨਾ ਨੇ, ਇੱਥੋਂ ਆਪਾਂ ਕਹਿ ਦਈਏ CM ਹਾਊਸ ਕਿੰਨਾ ਹੈ, 5 ਕਿਲੋਮੀਟਰ ਹੋਊਗਾ ਵੱਧ ਤੋਂ ਵੱਧ, ਇਹਨਾਂ ਨੂੰ ਦਿਖਣੋਂ ਅੜ ਗਿਆ। ਬਾਕੀ ਇਹ ਕਹਿੰਦੇ ਪੰਜਾਬ ਅਸੀਂ ਕਵਰ ਕਰਦੇ ਹਾਂ,
ਤੇ ਇਹਨਾਂ ਨੂੰ ਸਰਕਾਰਾਂ ਨੂੰ ਇਹ ਨਹੀਂ ਦਿਸ ਰਿਹਾ ਕਿ ਇੱਥੇ ਬਜ਼ੁਰਗ ਬੱਚੇ ਸਾਰੇ ਬੈਠੇ ਹੋਏ ਆ, ਇਹਨਾਂ ਨੂੰ ਮਤਾ ਪਾਸ ਕਰਕੇ ਜੇ ਅਸੀਂ ਇਹਨਾਂ ਦੀਆਂ ਡਿਮਾਂਡਾਂ ਪੂਰੀਆਂ ਕਰੀਏ ਤੇ ਉਹਨਾਂ ਨੂੰ ਲੈ ਕੇ ਆਈਏ ਬੰਦੀ ਸਿੰਘਾਂ ਨੂੰ ਬਾਹਰ। ਭਗਵੰਤ ਮਾਨ ਤਾਂ ਇਸ ਵਕਤ ਮੁੰਬਈ ਦੇ ਦੌਰੇ ਤੇ ਨੇ, ਕਹਿੰਦੇ ਕਿ ਇਨਵੈਸਟ ਪੰਜਾਬ ਦੇ ਤਹਿਤ ਅਸੀਂ ਲੋਕਾਂ ਨੂੰ ਲੈ ਕੇ ਆਉਣਾ ਕਿ ਪੰਜਾਬ 'ਚ ਇਨਵੈਸਟ ਕਰੋ। ਤੇ ਪੰਜਾਬ ਦੇ ਵਿੱਚ ਪਹਿਲਾਂ ਹਾਲਾਤ ਵੀ ਉੱਦਾਂ ਦੇ ਹੋਣੇ ਚਾਹੀਦੇ ਕਿ ਲੋਕਾਂ ਨੂੰ ਭਰੋਸਾ ਤਾਂ ਹੋਵੇ ਸਰਕਾਰ ਤੇ। ਦੇਖੋ ਪਹਿਲਾਂ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਦੀ ਜਿਹੜੀ ਤੁਹਾਡੀ ਪਬਲਿਕ ਆ ਤੁਸੀਂ ਉਹਨੂੰ ਆਪਣੀ ਕੌਨਫੀਡੈਂਸ 'ਤੇ ਲੈ ਕੇ ਆਓ ਕਿ ਤੁਸੀਂ ਉਹਨਾਂ ਨੂੰ ਇਹ ਤਾਂ ਸ਼ੋਅ ਕਰੋ ਕਿ ਅਸੀਂ ਤੁਹਾਡੇ ਲਈ ਖੜੇ ਆ। ਇੱਕ ਪਾਸੇ ਤੁਸੀਂ ਇਹ ਕਹਿ ਰਹੇ ਹੋ ਤੁਹਾਨੂੰ ਸ਼ਾਇਦ ਯਾਦ ਹੋਵੇ ਭਾਈ ਸਾਹਿਬ ਕਿ ਮੋਰਚਾ ਲੱਗਣ ਤੋਂ ਪਹਿਲਾਂ ਨਾ ਇੱਕ ਮੋਰਚਾ ਕਿਸਾਨੀ ਅੰਦੋਲਨ ਮੋਰਚਾ ਲੱਗਾ ਸੀਗਾ ਥੋੜੇ ਦਿਨ ਲਈ, ਤਾਂ ਭਗਵੰਤ ਮਾਨ ਸਾਹਿਬ ਦਾ ਬਿਆਨ ਸੀਗਾ ਕਿ ਇਹਨਾਂ ਦਾ ਤਾਂ ਕੰਮ ਆ, ਇਹ ਤਾਂ ਉੱਠ ਕੇ ਮੋਰਚੇ ਲਾਉਣ ਲੱਗ ਪਏ, ਜਦੋਂ ਦਿਲ ਕਰਦਾ ਮੋਰਚੇ ਲਾ ਦਿੰਦੇ ਆ। ਇਹ 2000 ਜਿਹਦੇ ਇਲੈਕਸ਼ਨ ਤੋਂ ਪਹਿਲਾਂ ਨਹੀਂ ਇਹਨਾਂ ਨੂੰ ਯਾਦ ਆਇਆ ਸੀ ਇਹ ਬਿਆਨ ਦੇਣ ਦਾ, ਇਹ ਬਿਆਨ ਬਾਅਦ 'ਚ ਦਿੱਤਾ ਗਿਆ। ਪਹਿਲਾਂ ਤਾਂ ਕਹਿੰਦੇ ਸੀ ਇਹ ਮੋਰਚੇ ਲੱਗਦੇ ਕਿਉਂ ਆ, ਇਹ ਬਜ਼ੁਰਗ ਆ, ਇਹ ਠੰਡ ਆ, ਇਹ ਮੇਰੇ ਪਿਓ ਦੀ ਉਮਰ ਦੇ ਨੇ, ਮੇਰੇ ਦਾਦੇ ਦੀ ਉਮਰ ਦੇ ਨੇ ਜਿਹੜੇ ਸੜਕਾਂ ਦੇ ਬਾਹਰ ਰੱਖੇ ਆ, ਮੈਂ ਇਹਨਾਂ ਦਾ ਦੁੱਖ ਦਿਲੋਂ ਸਮਝਦਾ। ਅੱਜ ਦੁੱਖ ਕਿੱਧਰ ਗਿਆ, ਅੱਜ ਬੰਬੇ ਬੈਠੇ ਹੋਏ ਆ, ਕਿਸੇ ਦੀਆਂ ਰੈਲੀਆਂ 'ਚ ਤੁਸੀਂ ਪੇਸ਼ ਹੋ ਰਹੇ ਹੋ, ਸਭ ਤੋਂ ਵੱਡੇ ਪੋਸਟਰ ਤੁਹਾਡੇ ਲੱਗ ਰਹੇ ਨੇ ਉੱਥੇ। ਉਹ ਕੀ ਹੋ ਰਿਹਾ? ਜੇ ਚਾਹੁੰਦੇ ਹੋ ਤੁਸੀਂ ਵਾਕਈ ਇੱਕ ਚਾਹੁੰਦੇ ਹੋ ਕਿ ਤੁਹਾਡੀ ਸਟੇਟ ਪਹਿਲਾਂ ਡਿਵੈਲਪਮੈਂਟ ਹੋਵੇ, ਡਿਵੈਲਪਮੈਂਟ ਨੋ ਡਾਊਟ ਕਿ ਅਸੀਂ ਵੀ ਚਾਹੁੰਦੇ ਹਾਂ ਕਿ ਇਹ ਸਟੇਟ ਦੀ ਡਿਵੈਲਪਮੈਂਟ ਹੋਵੇ, ਪਰ ਇਹ ਦਿਖਾਵਾ ਔਰ ਕਰਨੀ ਔਰ ਕਤਨੀ 'ਚ ਬਹੁਤ ਫਰਕ ਹੈ। ਜੋ ਦਿਖਾਵਾ ਕਰਦੇ ਨੇ ਉਹ ਕਰਨੀ ਹਕੀਕਤ 'ਚ ਔਨ ਗਰਾਊਂਡ ਉਹਦਾ ਕੁਝ ਵੀ ਨਹੀਂ ਹੋ ਰਿਹਾ ਜੀ। ਗੁਰਸ਼ਨ ਜੀ ਤੁਸੀਂ ਐਡਵੋਕੇਟ ਹੋ, ਮੈਂ ਬੜੀਆਂ ਚੀਜ਼ਾਂ ਕਈ ਵੇਲੇ ਹੈਰਾਨ ਕਰਦੀਆਂ ਨੇ ਕਿ ਇੱਕ ਵਿਅਕਤੀ ਜਿਹਦੇ ਉੱਪਰ ਕਤਲ ਦੇ ਜਿਹੜੇ ਆਰੋਪ ਆ ਉਹ ਸਿੱਧ ਹੋ ਚੁੱਕੇ ਨੇ, ਬਲਾਤਕਾਰ ਦੇ ਆਰੋਪ ਜਿਹੜੇ ਸਿੱਧ ਹੋ ਚੁੱਕੇ ਨੇ, ਸੌਦਾ ਸਾਧ ਦੀ ਅਸੀਂ ਗੱਲ ਕਰਦੇ ਹਾਂ, ਉਹਨੂੰ ਪੈਰੋਲ ਮਿਲ ਜਾਂਦੀ ਹੈ। ਇੱਕ ਵਾਰੀ ਨਹੀਂ ਕਈ ਵਾਰ ਪੈਰੋਲ ਮਿਲ ਜਾਂਦੀ, ਮੇਰੇ ਖਿਆਲ ਨਾਲ ਤੀਜੀ ਚੌਥੀ ਪੈਰੋਲ ਚੌਥੀ ਵਾਰੀ। ਤਾਂ ਜੇ ਇਸ ਤਰੀਕੇ ਨਾਲ ਇਹ ਜਦੋਂ ਤੁਸੀਂ ਟੈਕਨੀਕਲ ਚੀਜ਼ਾਂ ਸਮਝਦੇ ਹੋ, ਕਿਉਂਕਿ ਕਾਨੂੰਨੀ ਦਾਅ ਪੇਚ ਤੁਹਾਨੂੰ ਸਾਰੇ ਪਤਾ ਨੇ ਕਿ ਇਹ ਕੇਸ ਬੇਸਿਸ ਤੇ ਮਿਲ ਜਾਂਦੀਆਂ ਨੇ ਪੈਰੋਲ। ਜਦੋਂ ਬੰਦੀ ਸਿੰਘਾਂ ਦੀ ਗੱਲ ਕਰਦੇ ਆ ਉਧਰਲੇ ਪਾਸੇ ਕੀ ਨੁਕਤਾ ਇਦਾਂ ਦਾ ਕਹਿ ਦਿੱਤਾ ਜਾਂਦਾ ਕਿ ਉਧਰ ਪੈਰੋਲ ਨਹੀਂ ਮਿਲਦੀ? ਦੇਖੋ ਭਾਈ ਸਾਹਿਬ ਪੈਰੋਲ ਲੈਣ ਦੇ ਕੁਝ ਉੱਥੇ ਰੂਲਸ ਰੈਗੂਲੇਸ਼ਨਸ ਨੇ। ਸਭ ਤੋਂ ਪਹਿਲਾਂ ਜੇ ਖੇਤੀਬਾੜੀ ਲਈ ਤੁਸੀਂ ਬਾਹਰ ਆ ਸਕਦੇ ਹੋ ਇਹ ਉਹਦੇ ਲਈ ਪੈਰੋਲ ਮਿਲਦੀ ਹੈ ਜੀ, ਠੀਕ ਹੈ। ਜੇ ਤੁਹਾਡੀ ਖੇਤੀਬਾੜੀ ਨਹੀਂ ਹੈਗੀ ਉਹਦੇ ਲਈ ਉਸ ਤੋਂ ਇਲਾਵਾ ਤੁਹਾਨੂੰ 21 ਦਿਨ ਦੀ ਪੈਰੋਲ ਮਿਲ ਸਕਦੀ ਹੈ, ਜਾਂ ਤੁਹਾਡੇ ਘਰੇ ਕੋਈ ਦੁੱਖ ਆ ਜਾਂ ਗਮੀ ਆ ਉਸ ਲਈ ਪੈਰੋਲ ਮਿਲ ਸਕਦੀ ਹੈ, ਠੀਕ ਹੈ ਜੀ। ਪਰ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਸਾਧ 2022 ਤੋਂ ਪਹਿਲਾਂ ਪੰਜਾਬ ਐਂਡ ਹਰਿਆਣਾ ਦੇ ਰੂਲਸ ਐਂਡ ਰੈਗੂਲੇਸ਼ਨ ਸੇਮ ਸੀਗੇ ਪੈਰੋਲ ਦੇ। 2022 ਤੋਂ ਪਹਿਲਾਂ ਸਾਦਾ ਜਿਹੜਾ ਇਹ ਡੇਰੇ ਵਾਲਾ ਸਾਧ ਹੈ ਇਹਨੇ ਪੈਰੋਲਸ ਲਗਾਈਆਂ ਉਹ ਰਿਜੈਕਟ ਹੋਈਆਂ। ਉਸ ਤੋਂ ਬਾਅਦ 2022 ਚ ਹਰਿਆਣਾ ਸਰਕਾਰ ਨੇ ਅਮੈਂਡਮੈਂਟਸ ਕੀਤੀਆਂ ਇਹਦੇ ਚ ਰੂਲਸ ਐਂਡ ਰੈਗੂਲੇਸ਼ਨਸ, ਇਹ ਕਿ ਜਿਹੜਾ ਪੈਰੋਲ ਲੈ ਸਕਦਾ, ਪੈਰੋਲ ਵਾਸਤੇ ਕੋਈ ਵੀ ਬੰਦਾ ਅਪਲਾਈ ਕਰ ਸਕਦਾ ਜੋ ਜੇਲ੍ਹਾਂ 'ਚ ਜੀ, ਉਹਦੇ ਤਹਿਤ ਸਾਧ ਨੂੰ ਬਾਹਰ ਕੱਢਿਆ ਗਿਆ। ਔਰ ਦੇਖੋ ਕਿੰਨੀ ਮਾੜੀ ਗੱਲ ਹੈ ਸਰਕਾਰਾਂ ਦੀ ਕਿ ਜੇ ਤੁਸੀਂ ਆਪਦੇ ਨਿੱਜੀ ਫਾਇਦਿਆਂ ਲਈ ਬੰਦੇ ਨੂੰ ਬਾਹਰ ਕੱਢਣਾ ਚਾਹੁੰਦੇ ਹੋ ਔਰ ਇਸ ਕਰਕੇ ਕਿ ਇਹਦਾ ਗੁੱਡ ਕੰਟੈਕਟ, ਉਹ ਰੇਪ ਕਰ ਰਿਹਾ ਬੰਦਾ, ਬੱਚਿਆਂ ਦੇ ਰੇਪ ਕਰ ਰਿਹਾ। 2 ਸਾਧਵੀ ਕੇਸ, ਜਿਹੜਾ ਸਾਧਵੀ ਕੇਸ ਸੀਗਾ ਇਹ ਤਾਂ 2 ਸੀਗੀਆਂ ਜਿਹੜੀਆਂ ਇਹਨਾਂ ਨੇ ਬਾਹਰ ਆਏ ਨੇ। ਇਹ ਸੋਚੋ ਨਾ, ਅਸੀਂ ਕਹਿੰਦੇ ਕਿ ਅਨਕਾਊਂਟਡ ਰੇਪ ਹੋਏ ਨੇ ਉਸ ਥਾਂ ਤੇ, ਔਰ ਲੋਕਾਂ ਨੂੰ ਕਿੱਡਾ ਮਤਲਬ ਅੱਖਾਂ ਦੇ ਪੱਟੀ ਬੰਨ੍ਹ ਕੇ ਉਹਨੂੰ ਲੈ ਕੇ ਜਾ ਰਹੇ ਆ ਕਿ ਤੁਸੀਂ ਇਹਨਾਂ ਨੂੰ ਜਿੰਨਾ ਹੋ ਸਕੇ ਐਸੇ ਬੰਦਿਆਂ ਨੂੰ ਬਾਹਰ ਕੱਢ ਰਹੇ ਹੋ। ਐਸਾ ਪ੍ਰਚਾਰ ਚਾਹੁੰਦੇ ਹੋ ਤੁਸੀਂ ਕਿ ਇਹ ਰੇਪ ਕਰਾਵੇ ਲੋਕਾਂ ਦਾ, ਇਹ ਮਰਡਰ ਕਰੇ। ਰਣਜੀਤ ਸਿੰਘ ਕੇਸ ਮਰਡਰ ਕੇਸ ਦੇ ਛਤਰਪਾਲ ਮਰਡਰ ਕੇਸ ਦੇ ਖਿਲਾਫ ਆ। ਇਹ ਇੰਨੇ ਕੇਸ ਨਪੁੰਸਕ ਇਹਨਾਂ ਨੇ ਸਾਧ ਨਪੁੰਸਕ 400 ਤੋਂ ਵੱਧ ਇਹਨੇ ਉਹ ਕੀਤੇ ਹੋਏ ਸੀਗੇ, ਇੰਨੇ ਮਤਲਬ ਇੰਨੇ ਮਾੜੇ ਕੇਸ ਇਹਦੇ ਖਿਲਾਫ ਆ, ਫਿਰ ਵੀ ਲੋਕ ਸਰਕਾਰਾਂ ਦੇ ਨਾਲ ਖੜੀਆਂ ਨੇ। ਹੋ ਕੀ ਰਿਹਾ ਹੈ ਦਰਅਸਲ ਹੈ ਕੀ ਆ ਕਿ ਸਰਕਾਰਾਂ ਨੂੰ ਸਿਰਫ ਆਪਦੇ ਵੋਟ ਅਤੇ ਆਪਦੇ ਸੱਤਾ ਨੂੰ ਚਾਹੀਦਾ, ਜੋ ਕਿ ਸਾਨੂੰ ਇਹ ਵੀ ਹੋ ਸਕਦਾ ਕਿ 2024 ਤੋਂ ਪਹਿਲਾਂ ਇਹਨੂੰ ਬਰੀ ਕਰ ਦੇਣ। ਕਿ ਜੇ ਹੁੰਦਾ ਕੀ ਪਿਆ ਕਿ ਅਕਸਰ ਦਰਅਸਲ ਗੱਲ ਇਹ ਹੈ ਕਿ ਇਹਦੇ ਪਿੱਛੇ ਵੋਟ ਬੈਂਕ ਤਗੜਾ ਹੈ। ਇਹ ਇੱਕ ਸਾਨੂੰ ਪੰਜਾਬੀਆਂ ਨੂੰ ਵੀ ਇੱਕ ਗੱਲ ਸਮਝਣੀ ਚਾਹੀਦੀ ਆ ਕਿ ਇਹ ਇੱਕ ਸਾਧ ਆਪਦੇ ਰਿਹਾਈ ਕਿਉਂ ਹੋ ਰਹੀ ਹੈ, ਉਹਦੀ ਪੈਰੋਲ ਕਿਉਂ ਮਿਲ ਰਹੀ, ਕਿਉਂਕਿ ਸਰਕਾਰਾਂ ਨੂੰ ਇਹ ਪਤਾ ਹੈ ਕਿ ਇਹਦੇ ਪਿੱਛੇ ਵੋਟ ਬੈਂਕ ਬਹੁਤ ਵੱਡਾ ਹੈ। ਜੇ ਅਸੀਂ ਇੱਕ ਆਵਾਜ਼ ਤੇ ਇੱਕ ਬੰਦੇ ਨੂੰ ਬਾਹਰ ਕੱਢ ਰਹੇ ਹਾਂ ਤਾਂ ਸਾਡੇ ਪਿੱਛੇ ਲੱਖਾਂ ਵੋਟ ਸਾਨੂੰ ਪੈ ਰਹੀ ਹੈ ਉਹਦੇ ਪਿੱਛੇ। ਇਹ ਬੜੀ ਹੈਰਾਨੀ ਦੀ ਗੱਲ ਆ ਕਿ ਫਿਰ ਪੂਰਾ ਪੰਜਾਬ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਇੱਥੇ ਸਿੱਖਾਂ ਦੀ ਗੱਲ ਹੁੰਦੀ ਹੈ ਤੇ ਸਿੱਖਾਂ ਨੂੰ ਇਹ ਸਮਝ ਨਹੀਂ ਹੈਗੀ ਕਿ ਉਹ ਸਰਕਾਰਾਂ ਪਾੜ ਕੇ ਰੱਖ ਰਹੀਆਂ ਨੇ, ਇੱਕਜੁੱਟਤਾ ਨਹੀਂ ਹੋ ਰਹੀ। ਤਾਂ ਇਸੇ ਕਰਕੇ ਸਿੱਖਾਂ ਦੇ ਬਹੁਤ ਸਾਰੇ ਮਸਲੇ ਨੇ ਉਹ ਇਸੇ ਤਰ੍ਹਾਂ ਲਟਕ ਰਹੇ ਨੇ। ਇਹੀ ਕਾਰਨ ਕਿ ਸਿੱਖਾਂ ਦੇ ਵਿੱਚ ਏਕਤਾ ਨਹੀਂ ਹੈਗੀ, ਇਹੀ ਵੱਡਾ ਕਾਰਨ ਹੈ ਸਾਡਾ। ਦੇਖੋ ਭਾਈ ਸਾਹਿਬ, ਤੁਸੀਂ ਆਪਾਂ ਜੇ ਆਪਣੀ ਹਿਸਟਰੀ ਵੱਲ ਦੇਖੀਏ ਤਾਂ ਅੰਗਰੇਜ਼ਾਂ ਨੇ ਇੱਕ ਰੂਲ ਅਪਲਾਈ ਕੀਤਾ ਸੀ, ਡਿਵਾਈਡ ਐਂਡ ਰੂਲ। ਜੇ ਇਕੱਤਰਤਾ ਰਹਿੰਦੀ ਤਾਂ ਅੰਗਰੇਜ਼ ਕਦੀ ਵੀ ਹੁਕੂਮਤ ਨਹੀਂ ਕਰ ਸਕਦੇ ਸੀ ਹਿੰਦੁਸਤਾਨ ਤੇ। ਉਹਨਾਂ ਨੇ ਕੀ ਕੀਤਾ ਕਿ ਡਿਵਾਈਡ ਕਰਤੇ, ਰਾਜਿਆਂ ਨੂੰ ਵੱਖਰੇ ਵੱਖਰੇ ਕਰਤੇ, ਪ੍ਰਜਾ ਨੂੰ ਵੱਖਰਾ ਕਰ ਲਿਆ, ਫੁੱਟ ਪਾ ਕੇ ਰਾਜ ਕਰਨਾ ਸ਼ੁਰੂ ਕਰਤਾ।
ਉਹੀ ਨੀਤੀ ਹੈ ਜੋ ਉਹ ਸਰਕਾਰਾਂ ਅੱਜ ਦੀਆਂ ਕਰ ਰਹੀਆਂ ਨੇ। ਸਿੱਖਾਂ ਨੂੰ ਵੱਗ ਇੱਕ ਵੱਖਰਾ ਵੱਖਰਾ ਵੰਡਤਾ ਜੀ, ਇਹ ਤਾਂ ਅਕਾਲੀ ਦਲ 'ਚ ਨੇ, ਇਹ ਕਾਂਗਰਸ 'ਚ। ਪਰ ਮੈਂ ਬੇਨਤੀ ਕਰਦਾ ਲੋਕਾਂ ਨੂੰ ਕਿ ਤੁਸੀਂ ਉਸ ਤੋਂ ਸਰਕਾਰਾਂ ਤੋਂ ਪਹਿਲਾਂ ਜਿਹੜੀਆਂ ਪਾਰਟੀਆਂ ਆਪਦੀਆਂ ਮੰਨਦੇ ਹੋ ਉਹਨਾਂ ਤੋਂ ਪਹਿਲਾਂ ਸਿੱਖ ਤੇ ਹੈਗੇ ਹੋ। ਚਾਹੇ ਤੁਸੀਂ ਪੱਗ ਮੰਨਦੇ ਹੋ ਤਾਂ ਚਾਹੇ ਤੁਸੀਂ ਮੁੰਨੇ ਸਿੱਖ ਹੋ, ਪਰ ਸਿੱਖ ਦਾ ਨਾਂ ਲੱਗਦਾ ਨਾ ਤੁਹਾਡੇ ਕੋਲ। ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਸੀਸ ਝੁਕਾਉਂਦੇ ਹੋ, ਆਪਦਾ ਸਵੇਰੇ ਉੱਠ ਕੇ ਉਹਦਾ ਸ਼ੁਕਰਾਨਾ ਕਰਦੇ ਹੋ। ਅਸੀਂ ਵੀ, ਮੈਂ ਆਪ ਮੁੰਨਾ ਹੀ, ਠੀਕ ਹੈ ਜੀ, ਪਰ ਅਸੀਂ ਮਹਾਰਾਜ ਦੇ ਸਾਹਮਣੇ ਉਸ ਤੋਂ ਉੱਚਾ ਤਾਂ ਸਾਡੇ ਲਈ ਕੁਝ ਨਹੀਂ ਹੈਗਾ, ਠੀਕ ਹੈ ਜੀ। ਅਸੀਂ ਵੀ ਮਹਾਰਾਜ ਤੋਂ ਡਰ ਕੇ ਕਹਿੰਦੇ ਹਾਂ ਕਿ ਮਹਾਰਾਜ ਦੀ ਹਜ਼ੂਰੀ ਲਈ, ਉਹਨਾਂ ਲਈ ਤਾਂ ਆਪਾਂ ਇਕੱਤਰਤਾ ਹੋਈਏ, ਤਾਂ ਕਿ ਮੈਂ ਇਹ ਕਹਿ ਰਿਹਾ ਕਿ ਜਿੱਦਣ ਸਿੱਖ ਇਕੱਠੇ ਹੋ ਗਏ, ਐਜ਼ ਅ ਐਗਜ਼ਾਮਪਲ ਸੈੱਟ ਹੋ ਜਾਊਗਾ ਕਿ ਸਿੱਖ ਅੱਜ ਵੀ ਇਕੱਠੇ ਨੇ, ਸਿੱਖ ਇਕੱਠੇ ਨੇ। ਸਾਨੂੰ ਅਸੀਂ ਰਾਤੋਂ ਰਾਤ ਇਹ ਕਹਿ ਸਕਦੇ ਹਾਂ ਕਿ ਰਾਤੋਂ ਰਾਤ ਸਰਕਾਰਾਂ ਝੁਕ ਜਾਣਗੀਆਂ ਔਰ ਬੰਦੀ ਸਿੰਘ ਰਾਤੋਂ ਰਾਤ ਬਾਹਰ ਆ ਸਕਦੇ ਨੇ। ਮੇਰਾ ਇੱਕ ਆਖਰੀ ਸਵਾਲ, ਜਿਵੇਂ ਤੁਸੀਂ ਬੰਦੀ ਸਿੰਘਾਂ ਦੀ ਰਿਹਾਈ ਦਾ ਜ਼ਿਕਰ ਕਰ ਰਹੇ ਹੋ, ਉਹ ਇੱਕ ਬੜਾ ਅਹਿਮ ਨੁਕਤਾ ਕਹਿੰਦੇ ਲਾ ਦਿੱਤਾ ਜਾਂਦਾ ਸਰਕਾਰਾਂ ਦੇ ਵੱਲੋਂ, ਜਦੋਂ ਕੇਂਦਰ ਦੀ ਸਰਕਾਰ ਕਹਿੰਦੇ ਕੇਂਦਰ ਦੇ ਹੱਥ ਵੀ ਬਹੁਤ ਕੁਝ ਹੈਗਾ, ਸਟੇਟ ਸਰਕਾਰ ਦੇ ਹੱਥ ਵੀ ਬਹੁਤ ਸਾਰੀਆਂ ਚੀਜ਼ਾਂ, ਪਰ ਕੇਂਦਰ ਦੇ ਹੱਥ ਮੇਨ ਪਾਵਰ ਹੈਗੀ ਆ। ਉੱਥੇ ਇਹ ਕਹਿ ਦਿੱਤਾ ਜਾਂਦਾ ਕਿ ਇਹਨਾਂ ਲੋਕਾਂ ਤੋਂ ਦੇਸ਼ ਨੂੰ ਖਤਰਾ ਹੈਗਾ, ਇਸ ਕਰਕੇ ਨਹੀਂ ਛੱਡਿਆ ਜਾ ਰਿਹਾ। ਇਹ ਬੜਾ ਅਹਿਮ ਨੁਕਤਾ ਹੈ, ਤੁਹਾਡੇ ਧਿਆਨ ਦੇ ਵਿੱਚ ਵੀ ਵਾਰ-ਵਾਰ ਆਇਆ ਹੋਣਾ ਹੈ। ਦੇਖੋ ਭਾਈ ਸਾਹਿਬ, ਇੱਕ ਗੱਲ ਹੈ, ਮਰਡਰ ਕੇਸ ਬਹੁਤ ਹੁੰਦੇ ਨੇ, ਤੁਸੀਂ ਦੇਖਿਆ, ਰੇਪ ਕੇਸ ਬਹੁਤ ਹੋ ਰਹੇ ਨੇ। ਜੇ ਇਸ ਤੋਂ ਵੱਡੀ ਆਪਣੇ ਕੋਲ ਐਗਜ਼ਾਮਪਲ ਕੀ ਹੈ ਸਰਸੇ ਵਾਲੇ ਬਾਬੇ ਦੇ, ਜੇ ਉਹਨੂੰ ਗੁੱਡ ਕੰਟੈਕਟ ਤੇ ਛੱਡ ਸਕਦੇ ਆ ਤੇ ਫਿਰ ਆਪਾਂ ਇਮੈਜੀਨੇਸ਼ਨ ਤੇ ਨਹੀਂ ਕਰ ਸਕਦੇ ਨਾ ਕਿ ਸਿੰਘ ਸਾਹਿਬ ਬਾਹਰ ਆਉਣਗੇ ਉਹ ਫਿਰ ਦੁਬਾਰਾ ਇਹ ਕੰਮ ਕਰਨਗੇ। ਦੇਖੋ, ਉਹ ਜੋ ਉਹਨਾਂ ਨੇ ਕੀਤਾ ਉਹਦੇ ਪਿੱਛੇ ਬਹੁਤ ਮਾੜੇ ਹਾਲਾਤ ਸੀਗੇ ਉਸ ਟਾਈਮ ਪੰਜਾਬ ਦੇ। ਮੈਂ ਨਾ ਇੰਨੇ ਬੁਰੇ ਹਾਲਾਤ ਸ਼ਾਇਦ ਹੀ ਕਿਸੇ ਨੇ ਦੇਖੇ ਹੋਣ ਕਿ ਇਹ ਜੋ ਕਿ ਉਹਨਾਂ ਉਦੋਂ ਮੇਰੇ ਹਿਸਾਬ ਨਾਲ 25,000 ਜੋ ਬੱਚਾ ਸੀਗਾ, ਲੋਕ ਸੀਗੇ, ਨੌਜਵਾਨ ਸੀਗੇ, ਉਹ ਇਸੇ 'ਚ ਹੀ ਨਾ ਪਛਾਣੇ ਜੀ ਉਹਨਾਂ ਨੂੰ ਮਾਰ ਦਿੱਤਾ ਗਿਆ ਸੀਗਾ। ਉਸ ਤੋਂ ਇਲਾਵਾ 6-6 ਸਾਲ ਛੋਟੇ ਛੋਟੇ ਬੱਚਿਆਂ ਨੂੰ ਮਾਰਿਆ ਦਿੱਤਾ ਗਿਆ। ਕਈ ਅੰਮ੍ਰਿਤਸਰ ਇਸ ਏਰੀਏ 'ਚ ਆਪਾਂ ਇਹ ਕਹਿ ਸਕਦੇ ਹਾਂ ਕਿ ਪਿੰਡ ਨੇ ਜਿੱਥੇ 20-20 ਸਾਲਾਂ ਬਾਅਦ ਬਰਾਤਾਂ ਚੜ੍ਹੀਆਂ ਨੇ। ਉਹਦੇ ਪਿੱਛੇ ਕੋਈ ਰੀਜ਼ਨ ਸੀਗਾ, ਐਡਾ ਤਕੜਾ ਸਟੈਪ ਕੋਈ ਨਹੀਂ ਲੈਣਾ ਚਾਹੁੰਦਾ। ਭਾਈ ਸਾਹਿਬ ਚੰਗੇ ਘਰੋਂ ਨੇ, ਚੰਗਾ ਸਾਰਾ ਕੁਝ ਉਹਨਾਂ ਦੇ ਘਰਾਂ 'ਚ ਹੈਗਾ ਸੀਗਾ, ਉਹਨਾਂ ਨੂੰ ਕੀ ਲੋੜ ਸੀ ਐਡਾ ਤਕੜਾ ਸਟੈਪ ਲੈਣ ਦੀ? ਉਹਨਾਂ ਦੀ ਕੋਈ ਨਿੱਜੀ ਲੜਾਈ ਤੇ ਹੈ ਨਹੀਂ ਸੀ ਨਹੀਂ ਕਿ ਆਪਾਂ ਕਹਿ ਦਈਏ ਕਿ ਆਪਦੇ ਘਰ ਲਈ ਉਹਨਾਂ ਨੇ ਕਿਸੇ ਨੂੰ ਮਾਰਤਾ। ਉਹਨਾਂ ਨੇ ਕੌਮ ਲਈ ਕੀਤਾ ਹੈ ਤਾਂ ਕਿ ਉਹ ਦੁਖੀ ਸੀਗੇ, ਦੁਖੀ ਐਸ ਕਰਕੇ ਸੀਗੇ। ਉਹਨਾਂ ਨੇ ਇੱਥੋਂ ਦੀ ਮਤਲਬ ਜਨਰੇਸ਼ਨ ਹੀ ਖਤਮ ਕਰਤੀ ਸੀਗੀ, ਛੋਟੇ ਛੋਟੇ ਬੱਚੇ ਤੱਕ ਨਹੀਂ ਛੱਡੇ। ਤੁਸੀਂ ਕਿਸੇ ਦਾ ਮਾਂ ਪਿਓ ਮਾਰ ਦੇਣਾ, ਘਰੋਂ ਕੱਢ ਕੇ ਬਿਨਾਂ ਗੱਲ ਤੋਂ ਮਾਰ ਦੇਣਾ, ਤੱਤੇ ਸਰੀਏ ਅੱਖਾਂ 'ਚ ਪਾ ਦੇਣੇ, ਕਿਸੇ ਦੀਆਂ ਜ਼ੁਬਾਨਾਂ ਵੱਢ ਦੇਣੀਆਂ, ਲੱਤਾਂ ਵੱਢ ਦੇਣੀਆਂ। ਤੁਸੀਂ ਇਹ ਦੱਸੋ ਕਿ ਇਹ ਕਿੱਥੋਂ ਦਾ ਕਾਨੂੰਨ ਆ? ਜੇ ਤੁਸੀਂ ਮੁੱਖ ਮੰਤਰੀ ਬਣਾ ਹੀ ਦਿੱਤੇ ਗਏ ਤਾਂ ਇਹਦਾ ਮਤਲਬ ਇਹ ਥੋੜ੍ਹਾ ਹੈ ਕਿ ਤੁਸੀਂ ਕਿਸੇ ਨੂੰ ਮਾਰ ਦਿਓ, ਕੋਈ ਵੀ ਆਰਡਰ ਦੇ ਦਿਓ ਆਪਦੀਆਂ। ਇੱਥੋਂ ਤੱਕ ਕਿ ਮੈਂ ਕਹਿੰਦਾ ਕਿ ਹਜੇ ਤੱਕ ਇਹਨਾਂ ਕੋਲੇ ਐਸੇ ਜੱਜਿਸ ਦੇ ਇਹ ਚੀਜ਼ਾਂ ਪਈਆਂ, ਜੱਜਿਸ ਦੇ ਰਿਕਾਰਡਿੰਗਸ ਵਗੈਰਾ ਇਲੀਗਲੀ ਰਿਕਾਰਡਸ ਕੀਤੇ ਗਏ, ਜੋ ਫੋਨ ਟੈਪਸ ਨੇ ਇਹਨਾਂ ਕੋਲੇ, ਜਿੱਥੇ ਹਜੇ ਤੱਕ ਇਹ ਬਲੈਕਮੇਲ ਕਰ ਰਹੇ ਨੇ। ਹਜੇ ਤੱਕ ਇਹਨਾਂ ਦੇ ਖਿਲਾਫ ਕਿਉਂ ਨਹੀਂ ਸਟੈਪ ਹੋ ਰਹੇ? ਕਿਉਂਕਿ ਇਹਨਾਂ ਕੋਲੇ ਰਿਕਾਰਡ ਐਸੇ ਪਏ ਨੇ, ਆਪਦੀ ਸੇਫਟੀ ਵਾਸਤੇ ਯੂਜ਼ ਕਰਦੇ ਨੇ। ਸੋ ਭਾਈ ਸਾਹਿਬ, ਇਹ ਇਮੈਜੀਨੇਸ਼ਨ ਆ ਸਾਰੀ ਕਿ ਜੋ ਆਪਾਂ ਇਸ ਫਿਊਚਰ ਨਹੀਂ ਆਪਾਂ ਕਿਸੇ ਨੂੰ ਪਤਾ ਹੁੰਦਾ ਕਿ ਫਿਊਚਰ ਸੋਚ ਕੇ ਆਪ ਇਸ ਹਿਸਾਬ ਨਾਲ ਤਾਂ ਜੇਲਾਂ ਭਰੀਆਂ ਹੀ ਰਹਿਣ, ਕੋਈ ਬਾਹਰ ਆਈ ਨਾ ਆਵੇ ਨਾ। ਹੁਣ 26 ਜਨਵਰੀ ਜਿਹੜੀ ਆ ਰਹੀ ਹੈ, ਇਹਦਾ ਕੀ ਪਲਾਨ ਹੈਗਾ? ਕਿ ਉਦੋਂ ਕੋਈ ਵੱਡੇ ਤੌਰ ਤੇ ਪ੍ਰਬੰਧ ਕਰ ਰਹੇ ਹੋ? ਭਾਈ ਸਾਹਿਬ, ਅਸੀਂ 26 ਜਨਵਰੀ ਨੂੰ ਇੱਕ ਮਾਰਚ ਕੱਢ ਰਹੇ ਹਾਂ ਜੀ, ਰੋਸ ਦੇ ਤਹਿਤ। ਮੁਹਾਲੀ ਵਿੱਚ ਰੋਸ ਮਾਰਚ ਨਿਕਲੂਗਾ, ਉਹਦਾ ਰੂਟ ਅਸੀਂ ਅੱਜ ਕਲੀਅਰ ਕਰ ਦਾਂਗੇ ਸਾਰਾ। ਇਹ ਪ੍ਰਸ਼ਾਸਨ ਨਾਲ ਵੀ ਗੱਲ ਕਰਕੇ ਉਹਨਾਂ ਰੂਟ ਦੇ ਦਿੱਤਾ ਜਾਊਗਾ। ਸਾਡੀ ਜਿਹੜੀ ਬੇਨਤੀ ਆ ਪਬਲਿਕ ਨੂੰ, ਲੋਕਾਂ ਨੂੰ, ਸੰਗਤ ਨੂੰ ਬੇਨਤੀ ਆ ਕਿ ਤੁਸੀਂ ਜਿੰਨਾ ਵੱਧ ਤੋਂ ਵੱਧ ਹੋ ਸਕੇ ਇੱਥੇ ਚੰਡੀਗੜ੍ਹ ਪਹੁੰਚੋ, ਤਾਂ ਕਿ ਅਸੀਂ ਇੱਕ ਇਕੱਤਰਤਾ ਹੋ ਕੇ, ਇਕਜੁੱਟ ਹੋ ਕੇ ਸਰਕਾਰ ਨੂੰ ਦਿਖਾ ਸਕੀਏ ਕਿ ਅਸੀਂ ਅੱਜ ਵੀ ਇਕੱਠੇ ਹਾਂ। ਸੋ ਬੇਨਤੀ ਸਾਡੀ, ਮੇਰੀ ਹੱਥ ਜੋੜ ਕੇ ਸੰਗਤ ਨੂੰ ਬੇਨਤੀ ਆ ਕਿ ਤੁਸੀਂ ਘਰਾਂ 'ਚੋਂ ਬਾਹਰ ਆਓ, ਆਪਦੇ ਬਿਸਤਰੇ ਛੱਡੋ ਜੋ ਹੋ ਸਕੇ। ਇਹ ਜਾਂ ਤਾਂ ਇੱਕ ਹੁੰਦਾ ਹੀ, ਦੋ ਤਰ੍ਹਾਂ ਦੇ ਲੋਕ ਨੇ, ਇੱਕ ਜਿਨ੍ਹਾਂ ਦੀਆਂ ਜ਼ਮੀਰਾਂ ਜਾਗੀਆਂ ਨੇ, ਜੋ ਇੱਥੇ ਖੜੇ ਨੇ, ਜੋ ਇੱਥੇ ਬੈਠੇ ਨੇ, ਤੁਹਾਨੂੰ ਦਿਖ ਰਹੇ ਨੇ। ਕੁਛ ਇਹ ਨੇ ਜੋ ਫੇਸਬੁੱਕਾਂ ਤੇ ਸਿਰਫ ਕਮੈਂਟ ਕਰਦੇ ਨੇ। ਮੈਂ ਉਹਨਾਂ ਨੂੰ ਇਹ ਖਾਸ ਕਰਕੇ ਕਹਿਣਾ ਚਾਹੁੰਦਾ, ਜਾਂ ਤਾਂ ਤੁਸੀਂ ਕਮੈਂਟ ਨਾ ਕਰਿਆ ਕਰੋ, ਜਾਂ ਇੱਥੇ ਆਣ ਕੇ ਸਾਡੇ ਨਾਲ ਖੜੋ, ਤਾਂ ਅਸੀਂ ਇਹ ਦਿਖਾ ਸਕੀਏ ਕਿ ਸਰਕਾਰ ਨੂੰ ਇੱਕ ਇਕੱਤਰਤਾ ਹੈਗੀ ਆ। ਸਿੰਘ ਸਾਹਿਬ ਬਾਹਰ ਆਉਣਗੇ ਅਤੇ ਸਾਰਾ ਕੁਝ ਜੋ ਸਾਡੇ 'ਚ, ਜੋ ਸਾਡੀਆਂ ਮੁੱਖ ਮੰਗਾਂ ਨੇ, ਉਹ ਪੂਰੀਆਂ ਕੀਤੀਆਂ ਜਾਣਗੀਆਂ। ਬਹੁਤ ਸ਼ੁਕਰੀਆ ਗੁਰਸ਼ਰਨ। ਸੋ ਇਹ ਸਨ ਐਡਵੋਕੇਟ ਗੁਰਸ਼ਰਨ ਸਿੰਘ, ਜਿਹੜੇ ਲਗਾਤਾਰ ਇਸ ਅੰਦੋਲਨ ਦੇ ਵਿੱਚ ਜੁੜੇ ਹੋਏ ਨੇ ਪਹਿਲੇ ਦਿਨ ਤੋਂ। ਇਹ ਵੀ ਕਹਿ ਸਕਦੇ ਕਿ ਅੰਦੋਲਨ ਤੋਂ ਜਦੋਂ ਇੱਥੇ ਮੋਰਚਾ ਲੱਗਾ ਉਸ ਤੋਂ ਪਹਿਲਾਂ ਦੀ ਇਹਨਾਂ ਦੀ ਕੋਸ਼ਿਸ਼ ਜਾਰੀ ਹੈ। ਸਾਰੀ ਇੱਕ ਟੀਮ ਬਣੀ ਹੋਈ ਹੈ ਜਿਹੜੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਕਿ ਬੰਦੀ ਸਿੰਘਾਂ ਨੂੰ, ਜਿਨ੍ਹਾਂ ਨੂੰ ਇਨਸਾਫ ਮਿਲਣਾ ਚਾਹੀਦਾ, ਜੇਲ੍ਹਾਂ ਦੇ ਵਿੱਚ ਉਮਰਾਂ ਭੋਗ ਲਈਆਂ, ਉਸ ਤੋਂ ਬਾਅਦ ਵੀ ਜੇਲ੍ਹਾਂ ਦੇ ਵਿੱਚ ਰੱਖਿਆ ਗਿਆ, ਤਾਂ ਆਖਰਕਾਰ ਉਹਨਾਂ ਦੀ ਰਿਹਾਈ ਕਿਉਂ ਨਹੀਂ ਸੰਭਵ ਹੋ ਰਹੀ। ਬਹੁਤ ਸਾਰੀ ਚੀਜ਼ਾਂ ਟੈਕਨੀਕਲ ਤੌਰ ਤੇ ਸਮਝਣ ਵਾਲੀਆਂ ਸੀ, ਉਹ ਵੀ ਸਮਝਾਈਆਂ ਨੇ ਇਹਨਾਂ ਨੇ।